ਬਹੁਤ ਜ਼ਿਆਦਾ ਧੱਕਾ ਹੋਇਆ। ਅੱਜ ਤਾਂ ਹੱਦੋਂ ਬਾਹਰ ਹੋ ਗਿਆ ਸੀ ਕੰਮ ਜੀ। ਮੈਨੂੰ ਪਤਾ ਵੀ ਮੈਂ ਕਿਵੇਂ ਆਇਆ। ਕਾਰਨ ਕੀ ਹੈ, ਤੁਹਾਨੂੰ ਕਿਉਂ ਨਹੀਂ ਸਰਪੰਚੀ ਕਰਨ ਦੇ ਰਹੇ? ਮੈਂ ਸਪਰੇਅ ਪੀਣ ਨੂੰ ਤਿਆਰ ਸੀ ਤਾਂ ਪੈਟਰੋਲ ਵੀ ਨਾਲ ਲੈ ਕੇ ਗਿਆ ਸੀਗਾ। ਮੇਰਾ 9 ਲੱਖ ਰੁਪਈਆ ਸੀਗਾ ਜੀ। ਕੋਈ 1000 2000 ਦਾ 5-4000 ਦਾ ਝੱਲ ਲੈਂਦੇ। ਚਲੋ ਮੇਰੇ ਨਾਲ ਤਾਂ ਹੋ ਗਿਆ ਧੱਕਾ, ਜਿਹੜੇ ਹੋਣਾ ਸੀ ਹੋ ਗਿਆ, ਸਾਰਾ ਕੁਝ ਹੋ ਗਿਆ। ਬਦਨਾਮੀ ਹੋ ਗਈ ਪਿੰਡ ਦੇ ਸਾਰੇ ਆਸੇ ਪਾਸੇ, ਪਤਾ ਲੱਗ ਗਿਆ ਵੀ ਸਰਪੰਚ ਦੀ ਸਰਪੰਚੀ ਟੁੱਟ ਗਈ, ਤੋੜਤੀ, ਕੁਛ ਹੋ ਗਿਆ ਵੀ ਕਿਸੇ ਹੋਰ ਐਸੀ ਪਰਿਵਾਰ ਨਾਲ ਜਾਂ ਐਸੀ ਸਰਪੰਚ ਨਾਲ ਧੱਕਾ ਨਾ ਹੋਵੇ। ਉਹ ਲੋਕਾਂ ਨੇ ਵੋਟਾਂ ਪਾਟੀਆਂ ਪਿੰਡ ਦੇ, ਕਿਸੇ 'ਚ ਇਹ ਹਿੰਮਤ ਨਹੀਂ ਹੋਈ ਵੀ ਸਰਪੰਚ 'ਚ ਕੀ ਗਲਤੀ ਦੱਸੋ। ਹੁਣ ਕੁਛ ਮਰਜ਼ੀ ਬਲੇਮ ਲਾ ਦੇਣ, ਮੈਂ ਕਿਹੜਾ ਮੰਨ ਲੂੰਗਾ। ਇਹ ਤੋਂ ਪਹਿਲਾਂ ਮਹੀਨਾ ਹੋ ਗਿਆ ਰਿਕਾਰਡ ਇਹਨਾਂ ਕੋਲੇ ਸੀਗਾ, ਕੋਈ ਬਲੇਮ ਲਾਉਂਦੇ ਮੇਰੇ ਤੇ, ਕੋਈ ਕਮੀ ਕੱਢਦੇ। ਜਿਹੜਾ ਹੁਣ ਆਮ ਆਦਮੀ ਧੱਕਾ ਹੋ ਰਿਹਾ ਹੈਗਾ, ਮੈਨੂੰ ਤਾਂ ਬਦਲਾ ਲੱਗਦਾ ਹੈ ਕਿ ਬਦਲਾ ਇਹ ਨਹੀਂ ਪਤਾ। ਮੈਂਬਰ ਚੁੱਪ ਕਰ ਗਏ, ਉਹਨਾਂ ਦੇ ਦਬਾਅ ਪੈ ਗਿਆ MLA ਸਾਹਿਬ ਦਾ। ਚਲੋ ਹੁੰਦੇ ਹੀ ਆ, ਕਿਸੇ ਨੂੰ ਕਹਤਾ ਤੇਰੇ ਮੁੰਡੇ ਨੂੰ ਨੌਕਰੀ ਲਵਾ ਦੂੰਗਾ। ਧੱਕਾ ਹੋ ਰਿਹਾ ਸੀ, ਤੁਹਾਡੇ ਪਿੰਡ ਦੇ ਲੋਕ ਨਹੀਂ ਤੁਹਾਡੇ ਨਾਲ ਖੜੇ ਫਿਰ? ਬਸ ਇਹਦਾ ਮੁੱਦਾ ਹੀ ਇਹ ਸੀਗਾ ਜੀ ਪਹਿਲੇ ਦਿਨ ਹੀ ਵੀ ਮੈਂ ਸਰਪੰਚ ਹੀ ਨਹੀਂ ਕਰਦਾ। ਸਰਪੰਚ ਸਾਹਿਬ ਤੇਰੇ ਕੋਲ ਸਾਲ ਹੈ, MLA ਸਾਹਿਬ ਕੋਲ 5 ਸਾਲ ਨੇ। ਮੈਂ ਕਿਹਾ ਚਲੋ ਭਾਈ ਤੁਹਾਡੀ ਸਭ ਮਰਜ਼ੀ ਹੈ। ਜਦੋਂ ਸਾਰਾ ਪ੍ਰਬੰਧ ਹੀ ਕਿਹਨੂੰ ਸੰਭਾਲਤਾ ਸਰਪੰਚੀ ਦਾ, ਉਹਨਾਂ ਨੂੰ ਮੇਰੇ ਕੋਲ ਆਉਣ ਦੀ ਕੀ ਲੋੜ ਹੈਗੀ। ਲੋਕਾਂ ਨੇ ਕਿਸੇ ਦੀ ਹਿੰਮਤ ਨਹੀਂ ਹੋਈ, ਕੋਈ ਮਾਈ ਦਾ ਪੁੱਤ ਜਾ ਕੇ ਨਹੀਂ ਖੜਾ MLA ਕੋਲੇ ਵੀ ਸਰਪੰਚ ਨੂੰ ਤੁਸੀਂ ਧੱਕਾ ਕੀਤਾ ਹੈ। 1876 ਵੋਟਾਂ ਜਿੱਤਿਆ ਮੈਂ। ਕੋਈ ਆਏ ਨਹੀਂ ਹੈਗਾ ਵੀ ਮੈਂ ਮਤਲਬ ਕਿ ਵੈਸੇ ਵੀ ਮਤਲਬ ਕਿ ਲੋਕਾਂ ਨੇ ਖੜਾ ਕਰਤਾ ਵੀ ਮੈਨੂੰ ਉਹ ਕਰਤਾ। ਘਰ ਘਰ ਜਾ ਕੇ ਲੋਕਾਂ ਦੇ ਪੈਰੀ ਹੱਥ ਲਾਏ ਸੀ। ਬਹੁਤ ਔਖੀ ਸਰਪੰਚ ਲੈਤੀ ਸੀ ਮੈਂ। ਕੋਈ ਆਈ ਨਹੀਂ ਆਈ ਮਿਲ ਗਈ। ਇਹ ਕਾਹਦੀ ਸਰਕਾਰ ਹੈ ਇਹ ਜਿਹੜਾ ਹੀ ਧੱਕਾ ਕਰੀਏ ਸਰਪੰਚਾਂ ਨਾਲ। ਪਰਮਾਤਮਾ ਅੱਗੇ ਦੁਆ ਕਰਦਾ ਜੇ ਮੈਨੂੰ ਘਰੇ ਪਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਗਾ ਵੀ ਇਹਨਾਂ MLA ਦਾ ਨੱਥ ਪਾਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੋਕ ਰਾਏ TV। ਮੈਂ ਹਾਂ ਪਰਮਿੰਦਰ ਸਿੰਘ। ਅੱਜ ਸਵੇਰੇ ਇੱਕ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੁੰਦੀ ਹੈ ਪਿੰਡ ਮੈਸਰਖਾਨਾ ਤੋਂ, ਜਿੱਥੇ ਕਿ ਸਰਪੰਚ ਸਤਨਾਮ ਸਿੰਘ ਨੇ ਮੌੜ ਹਲਕੇ ਦੇ MLA ਤੇ ਇਲਜ਼ਾਮ ਲਾਏ ਨੇ ਕਿ ਉਹ ਮੈਨੂੰ ਸਰਪੰਚੀ ਨਹੀਂ ਕਰਨ ਦੇ। ਮੇਰੇ ਨਾਲ ਖੁਦ ਸਤਨਾਮ ਸਿੰਘ ਸਰਪੰਚ ਨੇ, ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸਲ ਦੇ ਵਿੱਚ ਬਾਈ ਹੋਇਆ ਕੀ ਸੀ ਅੱਜ ਤੁਹਾਨੂੰ ਜਿਹੜਾ ਧਰਨਾ ਲਾਉਣਾ ਪੈ ਗਿਆ ਅੱਜ? ਆਪਣੇ ਸੁਖਵੀਰ ਸਿੰਘ ਮੈਸਰਖਾਨਾ ਨੇ ਅੱਜ ਤੋਂ ਮਹੀਨਾ ਪਹਿਲਾਂ ਜੀ ਮੇਰੇ ਜਿਹੜੇ ਮੈਂਬਰ ਸੀਗੇ ਉਹ ਘਰੇ ਬੁਲਾ ਕੇ ਤੋੜ ਲਏ। ਕਹਿੰਦਾ ਵੀ ਮੈਂ ਸਰਪੰਚੀ ਨਹੀਂ ਕਰਨ ਦਾ। ਉਸ ਤੋਂ ਬਾਅਦ ਚਲੋ ਮੈਂ ਆਖਿਆ ਵੀ ਕੋਈ ਗੱਲ ਨਹੀਂ, ਤੁਹਾਡੀ ਸਰਕਾਰ ਹੈਗੀ, ਮੈਂ ਕਾਂਗਰਸੀ ਸਰਪੰਚ ਸੀਗਾ, ਵੀ ਨਹੀਂ ਕਰਨ ਦਾ ਕੋਈ ਗੱਲ ਨਹੀਂ ਭਾਈ। ਸਰਕਾਰ ਦੇ ਹਿਸਾਬ ਤੋਂ ਤੁਹਾਡੇ ਅਲੱਗ ਹੋਣਗੇ, ਪਹਿਲਾਂ ਸਰਕਾਰਾਂ ਦੇ ਅਲੱਗ ਹਿਸਾਬ ਸੀਗੇ। ਅੱਗੇ ਤੱਕ ਇਹ ਗੱਲ ਹੋਈ ਨਹੀਂ ਸੀਗੀ ਕਿਸੇ ਸਰਕਾਰ ਨੇ ਕਿਸੇ ਦੇ ਸਰਪੰਚ ਦੀ ਤੋੜਨੇ ਸੀਗਾ। ਤੋ ਹੌਲੀ ਹੌਲੀ ਗੱਲ ਸਾਹਮਣੇ ਆਈ। ਮੈਨੂੰ ਕਹਿੰਦਾ ਵੀ ਮੈਂ ਤਾਂ ਰਮਦਾਸੀਆਂ ਨੂੰ ਦਲਿਤ ਭਾਈਚਾਰੇ ਨੂੰ ਸਰਪੰਚ ਨਹੀਂ ਕਰਦਾ, ਮੇਰੀ ਮਰਜ਼ੀ। ਕਹਿੰਦਾ ਮੈਂ ਚਲੋ ਕੋਈ ਗੱਲ ਨਹੀਂ, ਮੈਂ ਬਹਿ ਗਿਆ। 1 ਮਹੀਨਾ ਹੋ ਗਿਆ ਪੂਰਾ ਜੀ ਉਹ ਗੱਲ ਨੂੰ। ਚਲੋ ਮੈਂ ਬਰਦਾਸ਼ਤ ਕਰ ਲਿਆ। ਅੱਜ ਮਤਲਬ ਕਿ ਮੈਨੂੰ ਪੂਰਾ ਮਹੀਨਾ ਹੋ ਗਿਆ ਵੀਡੀਓ ਦਫ਼ਤਰ ਜਾਂਦੇ ਨੂੰ। ਮੈਂ ਪਿੰਡ ਦੇ ਵਿੱਚ ਕੰਮ ਕਰਵਾਏ ਸੀਗੇ, ਕਾਰਜ ਕਰਵਾਏ ਸੀਗੇ। ਉਹਦੀ ਜਿਹੜੀ ਪੇਮੈਂਟ ਸੀ ਉਹ ਹੋਣ ਵਾਲੀ ਸੀ, ਤਕਰੀਬਨ 6-7 ਲੱਖ ਰੁਪਈਆ ਸੀਗਾ ਜੀ। ਜਿਨ੍ਹਾਂ ਦੇ ਮਤਲਬ ਕਿ ਮੈਂ ਕੰਮ ਕਰਵਾਏ ਸੀਗੇ, ਇੱਟਾਂ ਲੈਣੇ ਸੀ ਜਾਂ ਲੇਬਰ ਦਾ ਕੰਮ ਕਰਵਾਇਆ ਸੀਗਾ। ਲੇਬਰ ਵਾਲਾ ਤਾਂ 1.5 ਲੱਖ ਰੁਪਏ ਬੰਦੋਂ ਲੈ ਗਏ ਮੈਥੋਂ ਫੜ ਕੇ। ਉਸ ਤੋਂ ਬਾਅਦ ਕੀ ਗੱਲ ਹੋਈ ਤੇ ਜਿਹੜੇ ਇੱਟਾਂ ਵਾਲੇ ਸੀ ਉਹਨਾਂ ਦੇ ਫੋਨ ਆਉਣ ਲੱਗੇ, ਮੇਰੇ ਘਰੇ ਆਉਣ ਲੱਗੇ। ਮੈਂ ਇਹਦੇ ਕੋਲੇ ਆਪਣੇ BDO ਸਾਹਿਬ ਕੋਲੇ ਗਿਆ। BDO ਸਾਹਿਬ ਕਹਿੰਦੇ ਵੀ ਸਰਪੰਚ ਸਾਹਿਬ ਇਹ ਤਾਂ ਮਸਲਾ ਗੰਭੀਰ ਹੋ ਗਿਆ। ਮੈਂ ਕਿਹਾ ਕਿਵੇਂ? ਕਹਿੰਦਾ MLA ਸਾਹਿਬ ਕਹਿੰਦੇ ਪ੍ਰਬੰਧਕ ਹੀ ਲਾਉਣਾ ਪਊਗਾ। ਤਾਂ ਮੈਂ ਕਿਹਾ ਜੀ ਪ੍ਰਬੰਧਕ ਤਾਂ ਕੋਈ ਗੱਲ ਨਹੀਂ, ਲੱਗ ਜੂਗਾ, ਜਦੋਂ ਮੈਂਬਰ ਟੁੱਟ ਕੇ ਲੱਗ ਜੂਗਾ, ਮੇਰੀ ਪੇਮੈਂਟ ਤਾਂ ਕਰੋ। ਮੈਨੂੰ ਕਿਹਾ ਤੂੰ ਲਿਖ ਕੇ ਦੇ ਵੀ ਮੈਥੋਂ ਸਰਪੰਚ ਹੀ ਨਹੀਂ ਹੁੰਦੀ। BDO ਸਾਹਿਬ ਕਹਿੰਦੇ ਇਹ, ਮੈਂ ਕਿਹਾ ਮੈਂ ਲਿਖ ਕੇ ਦਿੰਦਾ ਨਹੀਂਗਾ। ਫਿਰ ਕਹਿੰਦਾ ਤੇਰੀ ਪੇਮੈਂਟਾਂ ਵੀ ਨਹੀਂ ਹੁੰਦੀਆਂ ਜੀ। ਉਸ ਕਰਕੇ ਹੁਣ ਮੈਨੂੰ ਲੋਕ ਹੈਰਾਨ ਕਰਦੇ ਸੀ। ਮੈਂ ਤਾਂ ਬੈਠਣਾ ਪੈ ਗਿਆ ਧਰਨੇ 'ਤੇ ਜੀ। ਸੁਸਾਈਡ ਕਰਨ ਤੱਕ ਤਿਆਰ ਸੀ ਜੀ ਮੈਂ ਤਾਂ। ਅਤੇ ਚਲੋ ਅੱਜ ਸਾਡਾ ਸਮਝੌਤਾ ਹੋ ਗਿਆ ਉੱਥੇ। ਉਹ ਕਹਿੰਦੇ ਵੀ ਅਸੀਂ ਪੇਮੈਂਟ ਪਾ ਦਾਂਗੇ ਜੀ। ਹਾਂਜੀ। ਨਹੀਂ, ਤੁਹਾਨੂੰ ਇੱਥੋਂ ਦੇ MLA ਦੇ ਫੋਨ ਆਉਂਦੇ ਰਹੇ ਨੇ ਕਿਸ ਵਿਸ਼ੇ 'ਤੇ ਜੀ? ਇਸ ਵਿਸ਼ੇ ਤੇ ਵੀ ਤੁਸੀਂ ਇਹ ਸਰਪੰਚੀ ਦੇ ਤਰੀਕੇ ਨਾਲ ਆਖਿਆ ਵੀ ਮੈਨੂੰ ਕਹਿੰਦੇ ਵੀ ਤੁਹਾਨੂੰ ਸਰਪੰਚੀ ਨਹੀਂ ਕਰਨ ਦੇਣੀ? ਹਾਂਜੀ, 10 ਤਰੀਕ ਨੂੰ ਰਿਜ਼ਲਟ ਆਇਆ ਨਾ ਜੀ। 13 ਤਰੀਕ ਨੂੰ ਮੈਂ ਮਤਲਬ ਕਿ MLA ਸਾਹਿਬ ਨੂੰ ਮਿਲਣਾ ਚਾਹਿਆ। ਪੰਚਾਇਤ ਬੈਠੀ ਸੀ ਮੇਰੇ ਘਰੇ ਇੱਥੇ। MLA ਸਾਹਿਬ ਕਹਿੰਦੇ ਵੀ ਨਾ ਤਾਂ ਅੱਜ ਆਈ ਨਾ ਕੱਲ੍ਹ ਆਈ, ਮੈਂ ਤਾਂ ਤੈਨੂੰ ਮਿਲਣਾ ਹੀ ਨਹੀਂਗਾ। ਹਾਂਜੀ। ਹੁਣ ਤੁਹਾਨੂੰ ਜਿਹੜੇ ਪੇਮੈਂਟ ਸੀ ਉਹ ਦੇਣ ਦਾ ਉਹਨਾਂ ਨੇ ਕੀ ਕਿਹਾ ਪੇਮੈਂਟ ਦੇਣ ਦੇ ਲਈ? ਉੱਥੇ ਮਤਲਬ ਕਿ ਜਈ ਸਾਹਿਬ ਸੀ, SHO ਸਾਹਿਬ ਸੀਗੇ, ਡਿਪਟੀ ਸਾਹਿਬ ਵੀ ਆ ਗਏ ਸੀ ਉੱਥੇ। ਉਹਨਾਂ ਨੇ ਮਤਲਬ ਕਿ ਵਾਅਦਾ ਕੀਤਾ ਜੀ ਕੱਲ੍ਹ ਤੱਕ ਤੇਰੀ ਪੇਮੈਂਟ ਪਵਾ ਦਾਂਗੇ। ਬਾਕੀ 2 ਲੱਖ ਦੇ ਚੈੱਕ ਤੇ ਸਾਈਨ ਕਰਕੇ ਦੇ ਦਿੱਤੇ ਉਹਨਾਂ ਨੇ ਜੀ। ਅਸਲ ਵਿੱਚ ਕਾਰਨ ਕੀ ਹੈ, ਤੁਹਾਨੂੰ ਕਿਉਂ ਨਹੀਂ ਸਰਪੰਚੀ ਕਰਨ ਦੇ ਰਹੇ? ਅਸਲ ਕਾਰਨ ਮੈਂ ਦਲਿਤ ਭਾਈਚਾਰੇ ਨਾਲ ਸੰਬੰਧ ਰੱਖ ਦਾਂਗਾ। ਕਾਰਨ ਹੀ ਮੁੱਦਾ ਹੀ ਇਹ ਹੈ, ਹੋਰ ਕੋਈ ਮੁੱਦਾ ਨਹੀਂ ਹੈਗਾ।
ਕੋਈ ਮਾਇਨੇ ਨਹੀਂ ਹੈਗਾ ਵੀ ਕਾਂਗਰਸ ਨੂੰ ਵੋਟਾਂ ਵੱਧ ਪੈ ਗਈਆਂ ਇੱਥੇ। ਅਕਾਲੀ ਦਲ ਨੂੰ 850 ਵੋਟ ਪੈਂਦੀ ਹੈ ਜੀ, ਤੇ ਲੱਖਾ ਸਹਾਰਨ ਨੂੰ ਪੈਂਦੀ ਹੈ 200 ਵੋਟ, ਤੇ ਇਹਨੂੰ 2200 ਵੋਟ ਪੈਂਦੀ ਹੈ, ਤੇ ਕਾਂਗਰਸ ਨੂੰ 99 ਵੋਟਾਂ ਪੈਂਦੀਆਂ ਜੀ। ਦੇਖੋ ਕਿੱਥੇ ਫੈਸਲਾ ਰਹਿ ਗਿਆ ਜੀ। ਬਸ ਇਹਦਾ ਮੁੱਦਾ ਹੀ ਇਹ ਸੀਗਾ ਜੀ ਪਹਿਲੇ ਦਿਨ ਹੀ ਵੀ ਮੈਂ ਸਰਪੰਚ ਹੀ ਨਹੀਂ ਕਰ ਦਿੰਦਾ। ਤੁਸੀਂ ਵੋਟਾਂ ਦੇ ਵਿੱਚ ਮਦਦ ਕੀਤੀ ਸੀ, ਕਿਤੇ ਇਹਦਾ ਕਾਰਨ ਵੀ ਤੁਸੀਂ ਮਦਦ ਨਾ ਕੀਤੀ ਹੋ ਤਾਂ ਕਰਕੇ ਤੁਹਾਨੂੰ ਤੇ ਇਸ ਤਰ੍ਹਾਂ ਠੀਕ ਗੱਲ ਚਲੋ ਹੁਣ ਪਤਾ ਹੀ ਹੈ ਮੈਂ ਕਾਂਗਰਸੀ ਸਰਪੰਚ ਸੀਗਾ ਜੀ। ਹੁਣ ਮੈਂ ਤਾਂ ਨਹੀਂ ਵੋਟ ਪਾਈ, ਨਾ ਪਵਾਈ ਉਹਨੂੰ ਵੋਟ, ਤਾਂ ਲੋਕਾਂ ਨੇ ਪਿੰਡ ਦੇ ਤੌਰ ਤੇ ਪਾਤੀ ਉਹਨੂੰ, ਮੈਂ ਤਾਂ ਨਹੀਂ ਪਾਈ। ਨਾ ਤਾਂ ਮੈਂ ਅੱਜ ਕਹਿਣਾ ਹੀ ਪਾਈ, ਨਾ ਮੈਂ ਕੱਲ੍ਹ ਕਹਿਣਾ ਵੀ ਪਾਈ ਹੈ। ਮੈਂ ਕਾਂਗਰਸੀ ਸਰਪੰਚ ਸੀ, ਕਾਂਗਰਸੀ ਹੈਗਾ ਤੇ ਅੱਜ ਵੀ ਕਾਂਗਰਸੀ ਹਾਂ। ਕੁਛ ਹੋ ਜੇ ਕਾਂਗਰਸ ਨਾਲ ਖੜੇ ਸੀ, ਕਾਂਗਰਸ ਨਾਲ ਖੜੇ ਹਾਂ ਜੀ। ਹੁਣ ਤੁਹਾਡੇ ਇੱਥੇ ਪ੍ਰਬੰਧਕ ਲੱਗ ਰਹੇ? ਨਹੀਂ, ਪ੍ਰਬੰਧਕ ਲੱਗਿਆ ਨਹੀਂ ਨਾ ਤੋਂ। ਉਹੀ ਤਾਂ ਮੇਰਾ ਪੜ੍ਹ ਕੇ ਅੱਜ ਵੀ ਪ੍ਰਬੰਧਕ ਲੱਗਿਆ ਨਹੀਂ। ਤੁਸੀਂ ਮਤਲਬ ਕਿ ਮੇਰੀ ਸਰਪੰਚੀ ਦੇ ਵਿੱਚ ਤੁਸੀਂ ਮੇਲਾ ਕਿਵੇਂ ਕਰਾਇਆ? ਜਦੋਂ ਪ੍ਰਬੰਧਕ ਲੱਗਿਆ ਨਹੀਂਗਾ, ਤੁਸੀਂ ਮੇਲਾ ਕਿਵੇਂ ਕਰਾਇਆ? ਤੇ ਜਿਹੜੀ ਜ਼ਮੀਨਾਂ ਦੀ ਬੋਲੀ ਹੈਗੀ ਉਹ ਤੁਸੀਂ ਕਰਵਾਈ ਜਾਂਦੇ ਹੋਗੇ। ਹਾਂ, ਪ੍ਰਬੰਧਕ ਦਾ ਕਾਰਨ ਹੁੰਦਾ ਜੀ ਮੈਂਬਰ ਟੁੱਟ ਗਏ, ਠੀਕ ਹੈ ਨਾ ਜੀ। ਬੋਲੀ ਦੇ ਵਿੱਚ ਸਾਰੇ ਮੈਂਬਰ ਹਾਜ਼ਰ ਹੁੰਦੇ ਨੇਗੇ ਜਦੋਂ ਮੇਲੇ ਦੀ ਬੋਲੀ ਹੋਈ ਹੈ। ਜੋ ਜ਼ਮੀਨ ਦੀ ਬੋਲੀ ਹੋਈ ਹੈ ਉਦੋਂ ਵੀ ਸਾਰੇ ਮੈਂਬਰ ਹਾਜ਼ਰ ਹੁੰਦੇ ਨੇਗੇ। ਇਕੱਲਾ ਮਤਲਬ ਕਿ ਮੈਨੂੰ ਛੱਡਿਆ ਜਾ ਰਿਹਾ ਹੈਗਾ। ਇਹੀ ਕਾਰਨ ਹੈ ਮੈਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਗਾ। ਮੇਰੇ ਨਾਲ ਧੱਕਾ ਹੋ ਰਿਹਾ, ਮੈਂ ਸਰਕਾਰ ਤੋਂ ਇਹੀ ਮੰਗ ਰੱਖਦਾ ਗਾ। ਚਲੋ ਮੇਰੇ ਨਾਲ ਤਾਂ ਹੋ ਗਿਆ ਧੱਕਾ, ਜਿਹੜੇ ਹੋਣਾ ਸੀ ਹੋ ਗਿਆ, ਸਾਰਾ ਕੁਝ ਹੋ ਗਿਆ। ਬਦਨਾਮੀ ਹੋ ਗਈ, ਪਿੰਡ ਦੇ ਸਾਰੇ ਆਸੇ ਪਾਸੇ ਪਤਾ ਲੱਗ ਗਿਆ ਵੀ ਸਰਪੰਚ ਦੀ ਸਰਪੰਚੀ ਟੁੱਟ ਗਈ, ਤੋੜਤੀ, ਕੁਛ ਹੋ ਗਿਆ। ਵੀ ਕਿਸੇ ਹੋਰ ਐਸੀ ਪਰਿਵਾਰ ਨਾਲ ਜਾਂ ਐਸੀ ਸਰਪੰਚ ਨਾਲ ਧੱਕਾ ਨਾ ਹੋਵੇ। ਮੈਂ ਸਰਕਾਰ ਭਗਵੰਤ ਮਾਨ ਤੋਂ ਇਹੀ ਮੰਗ ਕਰਦਾ ਗਾ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਪਹਿਲਾਂ ਵੀ ਲੱਖੇ ਸਰ ਨੇ ਕਿਹਾ ਸੀ ਵੀ ਇੱਥੇ 20 ਲੱਖ ਰੁਪਇਆ ਜਿਹੜਾ ਇੱਥੇ ਕੋਈ ਮੇਲੇ ਦਾ ਜਿਹੜਾ ਕੋਈ ਠੇਕਾ ਲੱਗਦਾ ਹੁੰਦਾ, ਇਹ ਹੋਇਆ ਸੀ? ਇਸ ਤਰੀਕੇ ਦਾ ਕੋਈ ਠੇਕਾ ਲੱਗਦਾ ਸੀ? ਹਾਂਜੀ, ਠੇਕਾ ਲਾ ਦਿੰਦਾ ਇਸ ਸਾਲ ਜੀ। ਐਤਕੀ ਵੀ ਉਹ ਬੋਲੀ ਹੋਈ ਹੈਗੀ, ਗੱਲ ਤੇ ਮੇਰੀ ਸਰਪੰਚੀ ਮੇਰੀ ਹੈਗੀ, ਬੋਲੀ ਕੋਈ ਹੋਰ ਬੰਦੇ ਕਰਵਾ ਕੇ। ਉਹ ਮਾਲਕ ਨੂੰ ਪਤਾ ਖਾਧਾ ਹੈ ਜਾਂ ਨਾ ਖਾਧਾ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਠੀਕ ਹੈ ਨਾ ਜੀ। ਪਿਛਲੀ ਵਾਰ ਮੇਲਾ ਮਤਲਬ ਕਿ 500 ਰੁਪਏ ਫੁੱਟ ਹੁੰਦਾ ਸੀਗਾ, ਐਤਕੀ ਮੈਂ ਸੁਣਨ ਚਾਹੀਏ ਵੀ 1000-1100 ਨੂੰ ਫੁੱਟ ਦਿੱਤਾ ਜੀ ਠੇਕੇਦਾਰ ਨੇ ਜੀ। ਮੈਂ 500 ਤੋਂ ਵੱਧ ਕਦੇ ਫੁੱਟ ਲੈਤਾ ਨਹੀਂ ਪੈਸਾ, ਸਾਰੇ ਪੈਸੇ ਖਾਤੇ ਜਮ੍ਹਾਂ ਕਰਾਉਣੇ ਸੀਗੇ। ਉਸ ਤੋਂ ਬਾਅਦ ਮਤਲਬ ਕਿ ਖਰਚੇ ਨਿਕਲਦੇ ਨਹੀਂ ਸੀ। ਵੀਡੀਓ ਸਾਹਿਬ ਨੇ ਕੀ ਕਿਹਾ ਤੁਹਾਨੂੰ ਫਿਰ ਅੱਜ? ਵੀਡੀਓ ਸਾਹਿਬ ਤਾਂ ਬਦਲ ਗਿਆ ਜੀ। ਜੋ ਗੱਲਾਂ ਪਹਿਲਾਂ ਹੁੰਦੀਆਂ ਸੀ ਅੱਜ ਸਾਰਾ ਬਦਲਿਆ ਬੈਠਾ। ਤਾਂ ਮੈਨੂੰ ਕਿਹਾ ਸੀ ਵੀਡੀਓ ਸਾਹਿਬ ਇੱਕ ਵਾਰੀ ਜੰਮਣਾ ਇੱਕ ਵਾਰੀ ਮਰਨਾ ਹੈ, ਝੂਠ ਨਾ ਬੋਲੋ। ਉਹ ਹਰ ਇੱਕ ਗੱਲ 'ਤੇ ਝੂਠ ਬੋਲੀ ਗਿਆ। ਮੈਂ ਵਾਰ-ਵਾਰ ਉਹਨੂੰ ਕਿਹਾ ਵੀਡੀਓ ਸਾਹਿਬ ਨੂੰ, ਵੀਡੀਓ ਸਾਹਿਬ ਵੀ ਤੂੰ ਮੇਰੇ ਪਿਓ ਵਰਗਾ ਹੈ, ਜਿਹੜੀਆਂ ਗੱਲਾਂ ਹੋਈਆਂ ਸੱਚ ਬੋਲ ਤੂੰ। ਪਰ ਵੀਡੀਓ ਸਾਹਿਬ ਹਰੇਕ ਗੱਲ 'ਤੇ ਮੁੱਕਰ ਗਏ ਜੀ। ਅੱਜ ਮਜਬੂਰੀ ਕਾਰਨ ਉੱਥੇ ਬਹਿ ਕੇ ਰੋਣਾ ਵੀ ਪੈ ਗਿਆ, ਕਿਉਂਕਿ ਲੱਗਦਾ ਵੀ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਜਾਂ ਇੱਥੋਂ ਦੇ ਐਮਐਲਏ ਤੁਹਾਡੇ ਨਾਲ ਧੱਕਾ ਕਰ ਰਹੀ ਸੀ। ਹਾਂਜੀ, ਸਰਕਾਰਾਂ ਦੀ ਇੱਕ ਘਾਟ ਹੈ ਇਹ ਕਿਸੇ ਹੱਦ 'ਤੇ। ਮਤਲਬ ਕਿ ਸਾਡੇ ਪਹਿਲਾਂ ਮਤਲਬ ਕਿ ਕਾਂਗਰਸੀ ਸਰਕਾਰ ਸੀਗੀ, ਸਰਪੰਚ ਅਕਾਲੀ ਦਲ ਦਾ ਹੁੰਦਾ ਸੀਗਾ, ਹਰ ਕਿਤੇ ਹੁੰਦਾ ਗਾ। ਜਿਹੜਾ ਹੁਣ ਆਮ ਆਦਮੀ ਧੱਕਾ ਹੋ ਰਿਹਾ ਹੈਗਾ, ਮੈਨੂੰ ਤਾਂ ਬਦਲਾ ਲੱਗਦਾ ਹੈ ਕਿ ਬਦਲਾ ਇਹ ਨਹੀਂ ਪਤਾ ਕੀ ਕਰ ਰਿਹਾ ਲੋਕਾਂ ਨਾਲ। ਇਹ ਬਹੁਤ ਜ਼ਿਆਦਾ ਧੱਕਾ ਹੋਇਆ, ਅੱਜ ਤਾਂ ਹੱਦੋਂ ਬਾਹਰ ਹੋ ਗਿਆ ਸੀ ਕੰਮ ਜੀ। ਮੈਨੂੰ ਪਤਾ ਵੀ ਮੈਂ ਕਿਵੇਂ ਆਇਆ। ਅਕਸਰ ਤੁਹਾਡੇ ਨਹੀਂ ਹੋ ਰਿਹਾ ਕਿ ਹੋਰ ਵੀ ਕਿਸੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਵੀ ਇਸ ਤਰ੍ਹਾਂ ਹੁੰਦਾ? ਹੁੰਦਾ ਹੋਊਗਾ, ਬੋਲਦੇ ਨਹੀਂ, ਡਰਦੇ ਨੇ ਲੋਕ। ਸਾਡੇ ਪਿੰਡ ਦੇ ਡਰਦੇ ਨੇ। ਹੋਰ ਦੱਸੋ ਜੀ, ਲੋਕਾਂ ਨੇ ਵੋਟਾਂ ਪਾੜਤੀਆਂ ਪਿੰਡ ਦੇ, ਕਿਸੇ 'ਚ ਇਹ ਹਿੰਮਤ ਨਹੀਂ ਹੋਈ ਵੀ ਸਰਪੰਚ 'ਚ ਕੀ ਗਲਤੀ ਦੱਸੋ। ਹੁਣ ਕੁਛ ਮਰਜ਼ੀ ਬਲੇਮ ਲਾ ਦੇਣ, ਮੈਂ ਕਿਹੜਾ ਮੰਨ ਲੂੰਗਾ। ਇਹ ਤੋਂ ਪਹਿਲਾਂ ਮਹੀਨਾ ਹੋ ਗਿਆ ਰਿਕਾਰਡ ਇਹਨਾਂ ਕੋਲ ਸੀਗਾ, ਕੋਈ ਬਲੇਮ ਲਾਉਂਦੇ ਮੇਰੇ 'ਤੇ, ਕੋਈ ਕਮੀ ਕੱਢਦੇ, ਮੈਂ ਝੱਲ ਲੈਂਦਾ, ਮੈਂ ਬਰਦਾਸ਼ਤ ਕਰ ਲੈਂਦਾ। ਬਿਨਾਂ ਕਮੀ ਪੀਸੀ ਤੋਂ ਨਾ ਮੇਰੀ ਸਰਪੰਚੀ ਤੋੜੀ, ਕੀ ਕਾਰਨ? ਕੋਈ ਕਮੀ ਤਾਂ ਹੁੰਦੀ ਬੰਦੇ 'ਚ ਯਾਰ। ਤੁਹਾਡੇ ਮੈਂਬਰ ਨੇ ਕੁਛ ਤਾਂ ਦੱਸਿਆ ਵੀ ਕਿਉਂ ਤੁਹਾਡੀ ਸਰਪੰਚੀ ਤੋੜੀ ਹੈ? ਮੈਂਬਰ ਚੁੱਪ ਕਰ ਗਏ, ਉਹਨਾਂ ਦੇ ਦਬਾਅ ਪੈ ਗਿਆ ਐਮਐਲਏ ਸਾਹਿਬ ਦਾ। ਚਲੋ ਹੁੰਦੇ ਹੀ ਆ, ਕਿਸੇ ਨੂੰ ਕਹਿਤਾ ਤੇਰੇ ਮੁੰਡੇ ਨੂੰ ਨੌਕਰੀ ਲਵਾ ਦੂੰਗਾ, ਕਿਸੇ ਨੂੰ ਕੁਛ ਕਹਿਤਾ। ਹੁਣ ਉਹ ਜੇ ਮੈਂ ਗੱਲ ਕਰੀ, ਉਹ ਪਤਾ ਕੀ ਕਹਿੰਦੇ ਮੈਂਬਰ ਕਹਿੰਦੇ ਸਰਪੰਚ ਸਾਹਿਬ ਤੇਰੇ ਕੋਲ ਸਾਲ ਹੈ, ਐਮਐਲਏ ਸਾਹਿਬ ਕੋਲ 5 ਸਾਲ ਨੇ। ਮੈਂ ਕਿਹਾ ਚਲੋ ਭਾਈ ਤੁਹਾਡੀ ਸਭ ਮਰਜ਼ੀ ਹੈ। ਜਦੋਂ ਸਾਰਾ ਪ੍ਰਬੰਧ ਹੀ ਕਿਹਨੂੰ ਸੰਭਾਲਤਾ ਸਰਪੰਚੀ ਦਾ, ਉਹਨਾਂ ਨੂੰ ਮੇਰੇ ਕੋਲ ਆਉਣ ਦੀ ਕੀ ਲੋੜ ਹੈਗੀ? ਸਾਰੇ ਕਾਰਜਕਾਰ ਉਹਨਾਂ ਨੂੰ ਸੰਭਾਲਤੇ ਮੈਂਬਰਾਂ ਨੂੰ। ਕਹਿੰਦਾ ਬਿਨਾਂ ਸਰਪੰਚੀ ਚੱਲੂਗੀ ਆਪਣੇ ਦਾ ਸਰਕਾਰ 'ਚ ਕੰਮ। ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਵੀ ਮੌੜਾਂ ਤੋਂ ਇਸ ਤਰ੍ਹਾਂ ਕਿਸ ਤਰ੍ਹਾਂ ਆਏ ਮੌੜ ਮੰਡੀ ਤੋਂ? ਮੈਂ ਸਪਰੇਅ ਪੀਣ ਨੂੰ ਤਿਆਰ ਸੀ, ਤਾਂ ਪੈਟਰੋਲ ਵੀ ਨਾਲ ਲੈ ਕੇ ਗਿਆ ਸੀਗਾ। ਮੇਰਾ 9 ਲੱਖ ਰੁਪਈਆ ਸੀਗਾ ਜੀ। ਕੋਈ 1000-2000 ਦਾ 5-4000 ਦਾ ਝੱਲ ਲੈਂਦੇ। 9 ਲੱਖ ਰੁਪਈਆ ਹੁੰਦਾ। ਸਰਕਾਰ ਉਦੋਂ ਕਹਿ ਰਹੀ ਹੈ ਵੀ ਜੋ
ਗ੍ਰਾਂਟਾਂ ਹੀ ਵਾਪਸ ਕਰੋ। ਮੈਂ ਗ੍ਰਾਂਟ ਖਰਚੀ ਬੈਠਾ 9 ਲੱਖ ਰੁਪਈਆ ਜੀ। ਹੁਣ 9 ਲੱਖ ਰੁਪਈਆ ਮੈਂ ਕਿੱਥੋਂ ਦਿੰਦਾ ਜੀ? ਉਹ ਗਰੀਬ ਬੰਦਾ ਸੀ, ਮੇਰੇ ਕੋਲ ਤਾਂ ਆਹੀ ਮਕਾਨ, ਇੱਕ ਕਮਰਾ ਹੈਗਾ, ਇੱਕ ਹੱਥ ਬੈਠਾਂਗੀ। ਮੈਂ ਕੋਈ ਗੁਨਾਹ ਕੀਤਾ ਦੱਸੋ? ਹਾਂ, ਮੈਂ ਵੀਡੀਓ ਸਾਹਿਬ ਨੂੰ ਕਿਹਾ ਸੀ, ਵੀਡੀਓ ਸਾਹਿਬ ਗੱਡੀ ਲੈ ਜਾਓ, ਜੇ ਪਿੰਡ ਤੇ ਪੈਸਾ ਨਹੀਂ ਲੱਗਿਆ 1 ਰੁਪਈਆ ਨਾ ਪਾਓ। ਕੰਮ ਕਰਿਆ, ਬੋਲਦੇ ਨੇ ਪੈਸੇ ਕੀ। ਜਿਹੜੇ ਪਿੰਡ ਦੇ ਵਿੱਚ ਇਹ ਤੋਂ ਪਹਿਲਾਂ ਤੁਸੀਂ ਦੱਸਿਆ ਵੀ ਮੇਰੇ ਕੋਲੇ ਇੱਟਾਂ ਵਾਲੇ ਆਉਂਦੇ ਸੀ ਜਾਂ ਕੋਈ ਹੋਰ ਆਉਂਦੇ ਸੀ ਬਰੇਤੀ ਸੀਮੈਂਟ ਵਾਲੇ, ਉਹਦੇ ਪੈਸੇ ਤੁਸੀਂ ਦੇ ਚੁੱਕੇ ਹੋ ਆਲਰੇਡੀ, ਆਪਣੇ ਕੋਲ ਦਿੱਤੇ ਨੇ? 30% ਦੇ, ਇੰਨੇ ਤਾਂ ਰੁਪਈਆ ਹੈ ਨਹੀਂ ਸੀ ਮੇਰੇ ਕੋਲੇ। ਮਤਲਬ ਕਿ 1,20,000 ਤਾਂ ਮਤਲਬ ਕਿ ਲੇਬਰ ਨੂੰ ਦੇਤਾ ਜੀ। ਕੁਛ ਇੱਧਰ ਫਿਰਨੀ 'ਚ ਪੈਪ ਪਾਈ ਸੀਗੀ ਪਾਣੀ ਵਾਟਰ ਬਾਕਸ ਲਈ, 25,000 ਰੁਪਏ ਉਹ ਸੀਗਾ। ਅਤੇ ਮਤਲਬ ਕਿ 2-2.5 ਲੱਖ ਰੁਪਏ ਮੈਂ ਦੇਈ ਬੈਠਾ ਸੀਗਾ। ਮੈਨੂੰ ਆਏ ਸੀਗਾ ਵੀ ਮੈਂ ਜ਼ਮੀਨ ਠੇਕੇ 'ਤੇ ਲੈ ਲਈ ਸੀ ਮੂਹਰੇ, ਵੀ ਚਲੋ ਉਦੋਂ ਮੇਰੇ ਪੈਸੇ ਆ ਜਾਣਗੇ। ਹੁਣ ਮੈਂ ਬਾਹਰ ਵੀ ਠੇਕੇ 'ਤੇ ਲਈ ਬੈਠਾਂਗਾ, ਉਹਦਾ ਵੀ ਟਾਈਮ ਹੋ ਗਿਆ ਠੇਕਾ ਭਰਨਾ ਗਾ। ਕਣਕ ਹੋਈ ਨਹੀਂ ਗੀ, ਕਣਕ ਸਾਰੀ 1.25 ਲੱਖ ਦੀ ਹੋਈ ਹੈ ਜੀ 9 ਕਿੱਲਿਆਂ 'ਚੋਂ। ਹੁਣ ਮੈਂ ਮੂਹਰੇ 4.5 ਲੱਖ ਰੁਪਏ ਭਰਨਾ ਜੀ, ਉਹ ਮੇਰਾ ਪੈਸਾ ਸਾਰਾ ਬਲੌਕ ਹੋ ਗਿਆ ਜੀ। ਇਸ ਕਰਕੇ ਮੈਨੂੰ ਬਹੁਤ ਤੰਗੀ ਪਰੇਸ਼ਾਨੀ ਆਈ ਜੀ, 3 ਦਿਨ ਹੋ ਗਏ ਨੀਂਦ ਨਹੀਂ ਆਈ ਜੀ। ਇਲਜ਼ਾਮ ਇਹ ਤਾਂ ਨਹੀਂ ਲੱਗੇ ਵੀ ਸਰਪੰਚ ਕਿਤੇ ਖਾ ਨਾ ਗਿਆ ਹੋਵੇ ਪੈਸੇ? ਖਾਣ ਵਾਲੇ ਕੱਢ ਦਿੰਦੇ ਨਾ। 22 ਤਰੀਕ ਹੋਣ ਨੂੰ ਮੇਰਾ ਮਤਲਬ ਵੀ ਇਹਨਾਂ ਨੇ ਰਿਕਾਰਡ ਮੰਗਾ ਲਿਆ, 22 ਤਰੀਕ ਨੂੰ ਰਿਕਾਰਡ ਮੰਗਾ ਲਿਆ। ਉਸ ਦਿਨ ਮੇਰੇ ਮਤਲਬ ਕਿ ਨਾ ਤੇ 25,000 ਰੁਪਏ ਟੁੱਟ ਗਿਆ ਵੀ 25,000 ਰੁਪਏ ਸਰਪੰਚ ਵੀ ਨਹੀਂ ਬੋਲਦਾ ਹੈ। ਇਹ ਜੇ ਟਾਈਮ 25,000 ਰੁਪਏ ਖਾਤੇ ਜਮ੍ਹਾਂ ਕਰਾ ਕੇ ਆਇਆ ਮੈਂ। ਮੇਰੇ ਮੰਨ ਲਾ ਮੇਰੇ ਵੱਧ ਨਿਕਲ ਗਏ ਪੈਸੇ, ਮੰਨ ਲਾ 25,000 ਜਮ੍ਹਾਂ ਕਰਾਇਆ ਮੈਂ ਸੀ। 9 ਲੱਖ ਰੁਪਏ ਲੈਣਾ ਗਾ, ਉਹ ਇਹਨਾਂ ਨੂੰ ਦੱਸਿਆ ਨਹੀਂ ਮੈਂ ਕਿ ਮੈਨੂੰ ਆਪਦਾ ਤਾਂ ਭਰਵਾ ਲਿਆ। ਮੈਨੂੰ 25,000 ਟੁੱਟ ਗਿਆ, ਮਤਲਬ ਕਿ ਅਸੀਂ ਰਿਕਾਰਡ ਪੂਰਾ ਕਰਦੇ ਕਹਿੰਦੇ ਤੇਰੇ ਨੂੰ 25,000 ਰੁਪਏ ਬੋਲਦਾ ਹੈਗਾ। ਉਹ ਮੈਂ ਦੇਖਿਆ, ਮੈਂ ਚਲੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਜਮ੍ਹਾਂ ਕਰਾ ਦੇਣਗੇ। ਮੈਂ 25,000 ਜਮ੍ਹਾਂ ਕਰਾਤਾ, ਮੇਰੇ 9 ਲੱਖ ਵਾਰੀ ਇਹਨਾਂ ਨੂੰ ਮਤਲਬ ਕਿ ਦਿੱਕਤ ਪਈ। ਮੈਂ ਕਿਹਾ MLA ਸਾਹਿਬ ਨੂੰ ਦਿੱਕਤ ਪੈਂਦੀ ਹੈ। ਮੈਂ ਕਿਹਾ ਵੀ ਕੋਈ ਗੱਲ ਨਹੀਂ। ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਮੀਆਂ ਬੀਵੀ ਜੀ ਬਸ ਦੋਨੇ। ਮੈਨੂੰ ਮੰਮੀ ਡੈਡੀ ਅੱਡ ਰਹਿੰਦੇ, ਦੂਜੇ ਭਾਈ ਸਾਰੇ ਅੱਡ ਨੇ ਜੀ। ਅਸੀਂ 2 ਬੱਚੇ ਜੀ, ਇੱਕ ਉਹ ਬੱਠਾ ਬੱਚਾ, ਇੱਕ 2 ਬੱਚੇ ਜੀ ਬਸ। ਹੋਰ ਅਲੱਗ ਰਹਿੰਦੇ ਨੇ, ਭਰਾ ਹੈਗੇ 2 ਭਰਾ ਨੇ ਮੇਰੇ, ਉਹ ਅਲੱਗ ਨੇ ਜੀ। ਚਲੋ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਦਮ ਚੱਕਣਾ ਜਿਸ ਤਰੀਕੇ ਨਾਲ ਤੁਸੀਂ ਪੈਟਰੋਲ ਵਾਲੀ ਗੱਲ ਦੱਸੀ, ਸਪਰੇਅ ਵਾਲੀ, ਕਿਉਂਕਿ ਬੱਚੇ ਛੋਟੇ ਨੇ। ਫਿਰ ਹੁਣ ਹੱਲ ਵੀ ਕੋਈ ਨਹੀਂ ਸੀ, ਮੈਂ ਕਿੱਥੋਂ ਭਰਦਾ ਇੰਨੇ ਰੁਪਏ ਜੀ? ਮੁੱਦੇ ਖਤਮ ਹੋ ਜਾਂਦਾ ਬਸ। ਕੀ ਕੌਣ ਲੈਂਦਾ ਪੈਸੇ ਮੈਥੋਂ? ਜਵਾਕਾਂ ਤੋਂ ਕੀ ਲੈ ਜਾਂਦੇ ਲੋਕ ਆ ਕੇ। ਜੋ ਤੁਹਾਡਾ ਧੱਕਾ ਹੋ ਰਿਹਾ ਸੀ, ਤੁਹਾਡੇ ਪਿੰਡ ਦੇ ਲੋਕ ਨਹੀਂ ਤੁਹਾਡੇ ਨਾਲ ਖੜੇ? ਫਿਰ ਨਹੀਂ ਖੜੇ, ਡਰਦੇ ਆ ਲੋਕ ਪਿੰਡ ਦੇ। ਵੋਟਾਂ ਵੀ ਪਾਤੀਆਂ MLA ਨੂੰ, ਲੋਕਾਂ ਨੇ ਕਿਸੇ ਦੀ ਹਿੰਮਤ ਨਹੀਂ ਹੋਈ। ਕੋਈ ਮਾਈ ਦਾ ਪੁੱਤ ਜਾ ਕੇ ਨਹੀਂ ਖੜਾ MLA ਕੋਲੇ ਵੀ ਸਰਪੰਚ ਨੂੰ ਤੁਸੀਂ ਧੱਕਾ ਕੀਤਾ ਹੈ। 1876 ਵੋਟਾਂ ਨਾਲ ਜਿੱਤਿਆ ਮੈਂ। ਕੋਈ ਐ ਨਹੀਂ ਹੈਗਾ ਵੀ ਮੈਂ ਮਤਲਬ ਕਿ ਵੈਸੇ ਵੀ ਮਤਲਬ ਕਿ ਲੋਕਾਂ ਨੇ ਖੜਾ ਕਰਤਾ ਵੀ ਮੈਨੂੰ ਉਹ ਕਰਤਾ। ਘਰ ਘਰ ਜਾ ਕੇ ਲੋਕਾਂ ਦੇ ਪੈਰੀ ਥਲਾਏ ਸੀ, ਬਹੁਤ ਔਖੀ ਸਰਪੰਚ ਲੈਤੀ ਸੀ ਮੈਂ। ਕੋਈ ਐ ਨਹੀਂ ਆਈ ਮਿਲ ਗਈ ਇਹ 1876 ਵੋਟਾਂ ਪਈਆਂ ਸੀ, 645 ਵੋਟਾਂ ਦਾ ਆਪਾਂ ਕਰਕੇ ਜਿੱਤਿਆ ਸੀ ਮੈਂ। ਜਿਹੜਾ ਅੱਜ ਮੈਨੂੰ ਕੱਖੋਂ ਵੱਲੋਂ ਕਰਤਾ ਵੀ ਜਮੀ ਬਹਾਤਾ, ਗੱਲ ਹੈ ਕੋਈ? ਇਹ ਐਂ ਹੁੰਦੀ ਹੈ? ਇਹ ਕਾਹਦੀ ਸਰਕਾਰ ਆ ਇਹ ਜਿਹੜਾ ਅਸੀਂ ਧੱਕਾ ਕਰੀਏ ਸਰਪੰਚਾਂ ਨਾਲ? ਹਾਂ, ਕੋਈ ਬਲੇਮ ਲਾਉਂਦੇ ਮੇਰੇ। ਹੁਣ ਤਾਂ ਕੁਛ ਕਰੀਏ ਨਾ, ਇਹ ਤੋਂ ਪਹਿਲਾਂ ਕੋਈ ਬਲੇਮ ਲਾਉਂਦੇ ਮੇਰੇ ਤੇ, ਸਰਪੰਚ ਤੇਰੇ 'ਚ ਆਹ ਕਮੀ ਹੈ। ਮੈਂ ਚੱਲ ਲੈਂਦਾ ਵੀ ਭਾਈ ਮੇਰੇ 'ਚ ਕਮੀ ਹੈ, ਮੰਨ ਜਾਂਦਾ ਵੀ ਹਾਂ ਮੇਰੇ 'ਚ ਕਮੀ ਹੈ। ਜੋ ਕਮੀ ਨਹੀਂ ਨਿਕਲੀ ਕੋਈ, ਫਿਰ ਵੀ ਚਲੋ। ਹੁਣ ਵੀਡੀਓ ਨੇ ਤੁਹਾਨੂੰ ਕੀ ਵਿਸ਼ਵਾਸ ਦੇ ਕੇ ਭੇਜਿਆ ਵੀ ਤੇਰੇ ਪੈਸੇ ਗੱਲ ਤੱਕ ਹੀ ਪਾ ਦਿਆਂਗੇ? ਉਹ SHO ਸਾਹਿਬ ਸੀਗੇ ਅਤੇ ਜਈ ਸਾਹਿਬ ਸੀਗੇ, ਕਹਿੰਦੇ ਵੀ ਚਲੋ ਸਰਪੰਚ ਸਾਹਿਬ ਕੋਈ ਮਤਲਬ ਕਿ ਕੰਪਿਊਟਰ 'ਚ ਆਨਲਾਈਨ ਸਿਸਟਮ 'ਚ ਕੋਈ ਡਿਫਾਲਟਰ ਪੈ ਗਿਆ, ਉਹ ਕਹਿੰਦੇ ਕੱਲ੍ਹ ਨੂੰ ਅਸੀਂ ਪਾ ਦਾਂਗੇ। ਜੇ ਉਹਨਾਂ ਨੇ ਮਤਲਬ ਕਿ 3 ਚੈੱਕ ਕਨੈਕਸ਼ਨ ਕਰਕੇ ਦੇਤੇ। ਇੱਕ ਤਾਂ ਹੈਗਾ ਸੀਗਾ 1,70,000 ਦਾ ਸੀਗਾ ਜੀ, 1,97,000 ਦਾ ਸੀਗਾ ਮੇਰੇ ਕੋਲ ਹੀ ਚੈੱਕ ਜੀ, 1,97,140 ਦਾ ਜੀ, ਅਤੇ 1,32,000 ਦਾ ਸੀਗਾ ਜੀ। 3 ਚੈੱਕ ਕਨੈਕਸ਼ਨ ਕਰਕੇ ਦੇਤੇ ਜੀ ਮੈਨੂੰ। ਬਾਕੀ ਕੱਲ੍ਹ ਨੂੰ ਭਰੋਸਾ ਦਵਾਇਆ ਵੀ ਕਹਿੰਦੇ 1 ਦਿਨ ਤੱਕ ਪਵਾ ਦਾਂਗੇ। ਬਾਕੀ CID ਦਾ ਸਾਰਾ ਸਟਾਫ ਸੀ ਉੱਥੇ, ਮਹਿਕਮਾ ਸੀਗਾ, ਸਾਰਿਆਂ ਨੇ ਭਰੋਸਾ ਦਵਾਇਆ, ਕਹਿੰਦੇ ਵੀ ਤੁਸੀਂ ਕਿਹਨਾਂ ਜਾਓ ਪੈਸੇ ਪਵਾ ਦਾਂਗੇ। ਅੱਜ ਬਹੁਤ ਜ਼ਿਆਦਾ ਧੱਕਾ ਹੋਇਆ ਮੇਰੇ ਨਾਲ, ਇਸ ਲਈ ਮੈਂ ਸਰਕਾਰ ਤੋਂ ਮੰਗ ਕਰਦਾਂਗਾ ਵੀ ਇਹੋ ਜਿਹੇ MLA ਨਾਲ ਜੋ ਮੇਰੇ ਨਾਲ ਹੋਈ ਆ ਉਵੇਂ ਹੋਣੀ ਚਾਹੀਦੀ ਹੈ। ਪਰਮਾਤਮਾ ਅੱਗੇ ਦੁਆ ਕਰਦਾ, ਜੇ ਮੈਨੂੰ ਘਰੇ ਪਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਗਾ ਵੀ ਇਹਨਾਂ MLA ਦਾ ਨੱਥ ਪਾਓ ਜਿਹੜੇ ਗਰੀਬਾਂ ਨਾਲ ਧੱਕਾ ਕਰਦੇ ਨੇ। ਧੰਨਵਾਦ ਜੀ। ਇਹ ਸੀਗੇ ਸਤਨਾਮ ਸਿੰਘ ਸਰਪੰਚ, ਜਿਨ੍ਹਾਂ ਨੇ ਅੱਜ ਮੌੜ BDPO ਬਲਾਕ ਦੇ ਸਾਹਮਣੇ ਧਰਨਾ ਲਾਇਆ ਸੀ ਕਿ ਜਿਹੜੀ ਮੇਰੀ ਪੇਮੈਂਟ ਹੈ
ਉਹ ਮੇਰੀ ਪਾਈ ਜਾਵੇ। ਪਰ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ ਇਹਨਾਂ ਨੂੰ ਚੈੱਕ ਜਿਹੜੇ ਦੇ ਦਿੱਤੇ ਨੇ ਤੇ ਭਰੋਸਾ ਦਿੱਤਾ ਕਿ ਅਗਲੇ 2 ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਪੇਮੈਂਟ ਹੈ, ਜੋ ਤੁਹਾਡਾ ਹੈਗੀ ਆ ਪੈਸੇ ਨੇ, ਉਹ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ। ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ। ਕੈਮਰਾਮੈਨ ਸੰਦੀਪ ਨਾਲ ਪਰਮਿੰਦਰ ਸਿੰਘ, ਧੰਨਵਾਦ।